ਵਾਲਦ ਸਾਹਿਬ ਦਾ ਜਨਾਜ਼ਾ ਪੜ੍ਹਨਾ ਵੀ ਨਸੀਬ ਨਹੀਂ ਹੋਇਆ। 20 ਸਾਲ ਖਿਦਮਤ ਕਰਨ ਤੋਂ ਬਾਅਦ ਵੀ ਫਿਰ ਜਿਹੜਾ ਅਗਲਿਆਂ ਨੇ ਮੇਰੀ ਗੱਲ ਨਹੀਂ ਸੁਣੀ। ਹਾਲਾਂਕਿ 20 ਸਾਲਾਂ 'ਚ ਕਦੇ ਮੈਂ ਉਫ ਵੀ ਨਹੀਂ ਸੀ ਕੀਤੀ। ਮੇਰੇ ਬੀਵੀ ਬੱਚੇ ਪਾਕਿਸਤਾਨ ਹੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜਿੰਨੀ ਦੇਰ ਤੱਕ ਮੇਰੇ ਵਾਲਦ ਸਲਾਮਤ ਨੇ ਕਿ ਮੈਂ ਉਹਨਾਂ ਨੂੰ ਬਾਹਰ ਮੰਗਾਂਗਾ। ਕਹਿੰਦਾ ਮੇਰੀ ਬੀਵੀ ਜਿਹੜੀ ਹੈ ਮੇਰੇ ਵਾਲਦ ਨੂੰ ਸੰਭਾਲਦੀ ਸੀ। ਕਹਿੰਦਾ ਬੱਚੇ ਮੇਰੇ ਪਾਕਿਸਤਾਨ ਸੀ, ਉਹ ਵੀ ਬੜੇ ਸੋੜੇ ਪਏ ਸੀ ਕਿ ਅੱਬੂ ਸਾਨੂੰ ਵੀ ਬਾਹਰ ਮੰਗਾਓ। ਮੈਂ ਕਿਹਾ ਅੱਛਾ ਮੰਗਾ ਲਾਂਗੇ। ਕਹਿੰਦਾ 16 ਸਾਲ ਦੇ ਹੋ ਗਏ ਸੀ, ਬੱਚੀ ਮੇਰੀ ਵੀ ਜਵਾਨ ਹੋਈ ਸੀ, ਲੇਕਿਨ ਅਜੇ ਤੱਕ ਮੈਂ ਕੋਈ ਨਹੀਂ ਸੀ ਸੋਚਿਆ ਕਿ ਇਹਨਾਂ ਨੂੰ ਬਾਹਰ ਮੰਗਾਂਗਾ। ਕਹਿੰਦਾ ਇੱਕ ਬੰਦੇ ਨੇ ਮੈਨੂੰ ਆਖਿਆ ਕਿ ਇੱਕ ਵਾਰੀ ਬੱਚਿਆਂ ਨੂੰ ਚੱਕਰ ਲਵਾ ਲੈ ਕਿਉਂਕਿ ਇਹਨਾਂ ਦੀਆਂ ਉਮਰਾਂ ਵੱਡੀਆਂ ਹੋ ਗਈਆਂ ਨੇ। ਜੇ 18 ਸਾਲ ਤੋਂ ਉੱਤੇ ਹੋ ਗਏ ਫਿਰ ਤੂੰ ਇਹਨਾਂ ਨੂੰ ਮੰਗਾ ਨਹੀਂ ਸਕਦਾ। ਇੱਕ ਵਾਰੀ ਚੱਕਰ ਲਵਾ ਲੈਣ ਤੇ ਫਿਰ ਬਿਸ਼ੱਕ ਵਾਪਸ ਤੋਰਦੀ ਨੇ। ਕਹਿੰਦਾ ਮੈਂ ਵੀ ਸੋਚਿਆ ਵਾਕਈ ਇਹ ਤੇ ਗੱਲ ਬਿਲਕੁਲ ਸਹੀ ਹੈ। ਅਗਰ ਮੁੰਡਾ ਮੇਰਾ ਨਾ ਆ ਸਕਿਆ ਤੇ ਮੈਨੂੰ ਯੂਰਪ ਰਹਿਣ ਦਾ ਕੀ ਫਾਇਦਾ। ਕਹਿੰਦਾ ਮੈਂ ਵੱਡੇ ਭਾਈਏ ਨਾਲ ਗੱਲ ਕੀਤੀ। ਕਹਿੰਦਾ ਉਸ ਘਰ 'ਚ ਨਹੀਂ ਸੀ ਰਹਿੰਦਾ, ਲੇਕਿਨ ਮੈਂ ਉਹਨੂੰ ਆਖਿਆ ਕਿ ਤੂੰ ਭਾਈ ਇੰਝ ਕਰ ਮੇਰੇ ਬੱਚਿਆਂ ਦੇ ਪਾਸਪੋਰਟ ਬਣਵਾ ਦੇ। ਉਹ ਕਹਿੰਦਾ ਬੱਚਿਆਂ ਦੇ ਪਾਸਪੋਰਟ ਬਣਵਾ ਕੇ ਕੀ ਕਰਨੇ ਨਹੀਂ। ਕਹਿੰਦਾ ਮੈਂ ਆਖਿਆ ਇਸ ਤਰ੍ਹਾਂ ਮੇਰਾ ਦਿਲ ਹੈ ਕਿ ਇੱਕ ਵਾਰੀ ਮੈਂ ਬੱਚਿਆਂ ਨੂੰ ਚੱਕਰ ਲਵਾ ਲਾਂ। ਉਹਨੇ ਆਖਿਆ ਬੱਚਿਆਂ ਨੂੰ ਚੱਕਰ ਲਵਾ ਕੇ ਕੀ ਕਰਨੀ, ਛੱਡ ਪਰਾਂ ਐਵੇਂ ਇਹਨਾਂ ਨੂੰ ਖਰਾਬ ਕਰਨੀ। ਕਹਿੰਦਾ ਮੈਂ ਆਖਿਆ ਨਹੀਂ ਭਾਈਆ ਮੇਰਾ ਦਿਲ ਹੈ ਇੱਕ ਵਾਰੀ ਮੈਂ ਚੱਕਰ ਲਵਾ ਲਾਂ। ਕਹਿੰਦਾ ਮੈਂ ਪਾਸਪੋਰਟ ਦਾ 2-3 ਦਫਾ ਆਖਿਆ ਲੇਕਿਨ ਉਹਨੇ ਮੇਰੀ ਗੱਲ ਕੋ ਨਾ ਸੁਣੀ। ਕਹਿੰਦਾ ਆਖਰਕਾਰ ਜਿਹੜਾ ਮੈਂ ਆਪਣੇ ਸਾਲੇ ਨਾਲ ਗੱਲ ਕੀਤੀ, ਉਹਨੂੰ ਮੈਂ ਆਖਿਆ ਕਿ ਜਾ ਨਾਲ ਜਾ ਕੇ ਇਹਨਾਂ ਦੇ ਪਾਸਪੋਰਟ ਬਣਵਾ। ਕਹਿੰਦਾ ਜਿਸ ਵੇਲੇ ਪਾਸਪੋਰਟ ਬਣਵਾਏ ਭਾਈਏ ਨੂੰ ਪਤਾ ਲੱਗਾ ਤੇ ਉਹ ਮੈਨੂੰ ਕਾਲ ਕਰਕੇ ਆਂਦਾ ਕਿ ਤੂੰ ਚੋਰੀ ਛੁਪੇ ਪਾਸਪੋਰਟ ਬਣਵਾ ਲੈਨੇ, ਤੂੰ ਕਮ ਸੇ ਕਮ ਮੇਰੇ ਨਾਲ ਗੱਲ ਤੇ ਕਰਨੀ। ਕਹਿੰਦਾ ਭਾਈਆ 2-3 ਵਾਰੀ ਤੈਨੂੰ ਆਖਿਆ ਲੇਕਿਨ ਤੂੰ ਮੇਰੀ ਗੱਲ ਨਹੀਂ ਸੁਣੀ। ਉਹਨੇ ਕਿਹਾ ਅੱਛਾ ਚੱਲ ਇਹਨਾਂ ਨੂੰ ਤੂੰ ਲੈ ਚੱਲੇ ਤੇ ਪਿੱਛੋਂ ਅੱਬੂ ਦਾ ਕੌਣ ਧਿਆਨ ਰੱਖੇਗਾ। ਕਹਿੰਦਾ ਮੈਂ ਕਿਹਾ ਭਾਈ ਤੁਸੀਂ ਆਓ ਨਾ ਭਾਬੀ। ਉਹਨੇ ਕਿਹਾ ਮੈਂ ਤੇ ਕੰਮ ਕਰਨਾ ਫਲਾਣੀ ਜਗ੍ਹਾ, ਮੇਰੇ ਕੋਲ ਤੇ ਟਾਈਮ ਨਹੀਂ ਹੈ ਤੇ ਤੇਰੀ ਭਾਬੀ ਜਿਹੜੀ ਆ ਉਹ ਆਪੂ ਬਿਮਾਰ ਰਹਿੰਦੀ ਹੈ, ਉਹ ਤੇ ਮਸਾਂ ਮਾਰ ਕੇ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ, ਅੱਬੂ ਰਾਂ ਦਾ ਕਿਸ ਤਰ੍ਹਾਂ ਧਿਆਨ ਰੱਖੇ। ਕਹਿੰਦਾ ਮੈਂ ਕਿਹਾ ਭਾਈਆ ਕੋਈ ਥੋੜੀ ਦੇਰ ਇੰਤਜ਼ਾਰ ਕਰ ਲਓ, ਚਲੋ ਸਾਲ ਇੱਕ ਮੈਂ ਰੱਖਾਂਗਾ ਫਿਰ ਮੈਂ ਵਾਪਸ। ਉਹਨੇ ਕਿਹਾ ਨਹੀਂ ਸਾਡੇ ਕੋਲ ਕੋਈ ਨਹੀਂ ਹੁੰਦਾ, ਤੂੰ ਕਿਸੇ ਹੋਰ ਦੀ ਜ਼ਿੰਮੇਵਾਰੀ ਲਾ। ਕਹਿੰਦਾ ਫਿਰ ਮੈਂ ਇਸ ਤਰ੍ਹਾਂ ਕੀਤਾ, ਆਪਣੇ ਸਾਲੇ ਨਾਲ ਗੱਲ ਕੀਤੀ। ਮੇਰੇ ਸਾਹਮਣੇ ਨੇ ਆਖਿਆ ਸਾਨੂੰ ਕੋਈ ਮਸਲਾ ਨਹੀਂ, ਅਸੀਂ ਚਾਚੇਰਾਂ ਦਾ ਧਿਆਨ ਰੱਖ ਲਾਂਗੇ, ਤੁਸੀਂ ਫਿਕਰ ਨਾ ਕਰੋ। ਕਹਿੰਦਾ ਮੈਂ ਦੱਸਿਆ ਭਾਈਏ ਨੂੰ, ਭਾਈਆਂ ਦਾ ਉਹ ਰੱਖਣਗੇ ਧਿਆਨ ਜਿਸ ਤਰ੍ਹਾਂ ਤੇਰੀ ਜ਼ਨਾਨੀ ਅੱਗੇ ਧਿਆਨ ਰੱਖਦੀ ਸੀ। ਕਹਿੰਦਾ ਅੱਗੇ ਭਾਈਆ ਇਹ ਹੀ ਕੰਮ ਕਰਦਾ। ਜ਼ਨਾਨੀ ਜਿਸ ਵੇਲੇ ਕੋਈ ਕਾਰ ਕੋਈ ਗੰਦ ਪਿਆ ਆਂਦਾ ਫੋਟੋਆਂ ਛੀਕ ਕੇ ਭੇਜ ਦਿੰਦਾ। ਕਦੇ ਆਂਦਾ ਕਿ ਅੱਬੂਰਾਂ ਨੂੰ ਰੋਟੀ ਨਹੀਂ ਦਿੱਤੀ, ਅੱਬੂਰਾਂ ਨੂੰ ਇਹ ਚੀਜ਼ ਨਹੀਂ ਦਿੱਤੀ, ਅੱਬੂਰਾਂ ਦੇ ਕੱਪੜੇ ਨਹੀਂ ਚੇਂਜ ਹੋਏ। ਕਹਿੰਦਾ ਇਸ ਤਰ੍ਹਾਂ ਕਰਕੇ ਮੈਨੂੰ ਕੰਪਲੇਨਾਂ ਕਰਦਾ ਸੀ ਕਿ ਇਹ ਕੋਈ ਨਹੀਂ ਧਿਆਨ ਰੱਖਦੀ। ਕਹਿੰਦਾ ਮੈਂ ਆਪਣੀ ਜ਼ਨਾਨੀ ਨਾਲ ਗੁੱਸੇ ਹੁੰਦਾ ਸਾਂ ਕਿ ਤੂੰ ਕਿਉਂ ਨਹੀਂ ਧਿਆਨ ਰੱਖਦੀ। ਉਹ ਅੱਗੋਂ ਰੋ ਕੇ ਆਂਦੀ ਸੀ ਮੈਂ ਤੇ ਇਤਨੀ ਖਿਦਮਤ ਕਰਨੀ ਆ, ਤੁਸੀਂ ਅੱਬੂ ਕੋਲ ਪੁੱਛ ਲਓ। ਲੇਕਿਨ ਕਹਿੰਦਾ ਮੈਂ ਅੱਬੂ ਕੋਲ ਨਹੀਂ ਸੀ ਪੁੱਛਦਾ ਤੇ ਲੇਕਿਨ ਜ਼ਨਾਨੀ ਤੇ ਮੈਂ ਗੁੱਸਾ ਕਰਦਾ ਸਾਂ। ਬਹਰਹਾਲ ਕਹਿੰਦਾ ਮੈਂ ਜਿਸ ਵੇਲੇ ਕਾਗਜ਼ ਜਮ੍ਹਾਂ ਕਰਾਏ ਸੀ, ਕਹਿੰਦਾ ਕਾਗਜ਼ ਜਿਹੜੇ ਨੇ ਅੱਲਾ ਕੀਤਾ ਤੇ ਨਿਕਲ ਆਏ। ਕਹਿੰਦਾ ਜਿਸ ਵੇਲੇ ਕਾਗਜ਼ ਨਿਕਲੇ ਤੇ ਜ਼ਾਹਿਰੀ ਗੱਲ ਹੈ ਮੇਰੇ ਸਾਹਮਣੇ ਨੂੰ ਮੈਂ ਆਖਿਆ ਕਿ ਤੁਸੀਂ ਇੱਥੇ ਹੀ ਆ ਕੇ ਰਵੋ, ਅੱਬੂ ਰਾਂ ਦਾ ਧਿਆਨ ਰੱਖੋ, ਮੈਂ ਕੋਸ਼ਿਸ਼ ਕਰਾਂਗਾ ਸਾਲ ਡੇਢ ਜਿਹੜਾ ਨਾ ਇਹਨਾਂ ਨੂੰ ਵਾਪਸ ਤੋੜ ਦਿਆਂਗਾ ਘਰਦਿਆਂ ਨੂੰ। ਕਹਿੰਦਾ ਉਹ ਆਂਦੇ ਨੇ ਚਲੋ ਸਹੀ ਹੈ ਸਾਨੂੰ ਕੋਈ ਇਤਰਾਜ਼ ਨਹੀਂ। ਕਹਿੰਦਾ ਜੀ ਮੇਰੇ ਨਾਲ ਠੀਕ ਸੀ। ਕਹਿੰਦਾ ਮੈਂ ਫਿਰ ਜਿਸ ਵੇਲੇ ਵੀਜ਼ੇ ਨਿਕਲੇ ਤੇ ਭਾਈਏ ਮੇਰੇ ਨੇ ਮੇਰੀ ਕੋਈ ਗੱਲ ਨਾ ਸੁਣੀ। ਕਹਿੰਦਾ ਮੈਂ ਫਿਰ ਆਪਣੇ ਬੱਚਿਆਂ ਨੂੰ ਇੱਥੇ ਬਾਹਰ ਮੰਗਾ ਲਿਆ। ਕਹਿੰਦਾ ਮੇਰੀ ਕੁੜੀ ਵੀ ਆ ਗਈ, ਮੇਰਾ ਮੁੰਡਾ ਵੀ ਆ ਗਿਆ, ਮੇਰੀ ਬੀਵੀ ਵੀ ਆ ਗਈ। ਕਹਿੰਦਾ ਜਿਸ ਵੇਲੇ ਮੇਰੇ ਕੋਲ ਆਏ ਮੇਰਾ ਪਹਿਲਾਂ ਇਹ ਹੀ ਜ਼ੇਨ ਸੀ ਕਿ ਮੈਂ ਇਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਤੋਰਾਂਗਾ। ਕਹਿੰਦਾ ਜਿਸ ਵੇਲੇ ਮੇਰੇ ਕੋਲ ਆਏ ਨੇ ਆ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਕਿਤਨਾ ਟਾਈਮ ਜ਼ਾਇਆ ਕਰ ਦਿੱਤਾ, ਆਪਣੇ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖਿਆ। ਕਹਿੰਦਾ ਉਹਨਾਂ ਨੂੰ ਦੇਖ ਕੇ ਸਕੂਨ ਆਉਂਦਾ ਸੀ। ਕਹਿੰਦਾ ਮੁੰਡਾ ਮੇਰਾ ਆਉਂਦਿਆਂ ਸਾਥ ਹੀ ਜਿਹੜਾ ਕੰਮ ਲੱਗ ਗਿਆ। ਉਹਨੇ ਆਖਿਆ ਅੱਬੂ ਮੈਂ ਅੱਗੋਂ ਤੁਹਾਨੂੰ ਛੁੱਟੀ ਦੇ ਦੇਣੀ ਹੈ, ਮੈਂ ਕੰਮ ਕਰਾਂਗਾ। ਕਹਿੰਦਾ ਮੈਂ ਕਿਹਾ ਨਹੀਂ ਕੋਈ ਨਹੀਂ, ਦੋਏ ਪਿਓ ਪੁੱਤਰ ਰਲ ਕੇ ਕੰਮ ਕਰਾਂਗੇ। ਕਹਿੰਦਾ ਕੁੜੀ ਨੂੰ ਮੈਂ ਸਕੂਲ ਪਾ ਦਿੱਤਾ। ਮੈਂ ਕਿਹਾ ਤੂੰ ਜ਼ਬਾਨ ਸਿੱਖ। ਕਹਿੰਦਾ ਕੁੜੀ ਜ਼ਬਾਨ ਸਿੱਖਣ ਲੱਗ ਪਈ। ਲੇਕਿਨ ਕਹਿੰਦਾ ਜਿਸ ਵੇਲੇ ਕੋਈ 6 ਮਹੀਨੇ ਗੁਜ਼ਰੇ ਨੇ ਨਾ ਅਚਾਨਕ ਪਾਕਿਸਤਾਨ ਨੂੰ ਭਾਈਏ ਦੀ ਕਾਲ ਆਈ ਕਿ ਇਸ ਤਰ੍ਹਾਂ ਅੱਬੂ ਤੇ ਬੜੇ ਸਖਤ ਬਿਮਾਰ ਹੋ ਗਏ ਨੇ। ਕਹਿੰਦਾ ਮੈਂ ਕਿਹਾ ਭਾਈਆ ਤੇ ਉਹਨਾਂ ਨੂੰ ਲੈ ਜਾਓ ਹਸਪਤਾਲ। ਉਹਨੇ ਆਖਿਆ ਨਹੀਂ ਮੈਂ ਦੂਰ ਹਾਂ, ਤੂੰ ਆਪਣੇ ਸਾਲੇ ਨੂੰ ਹੀ ਆ ਹਸਪਤਾਲ ਲੈ ਜਾਣ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਫਿਰ ਮੈਂ ਸਾਲੇ ਨੂੰ ਕਾਲ ਕੀਤੀ, ਮੈਂ ਕਿਹਾ ਇਸ ਤਰ੍ਹਾਂ ਅੱਬੂ ਦੀ ਤਬੀਅਤ ਖਰਾਬ ਹੈ ਤੇ ਤੁਸੀਂ ਉਹਨਾਂ ਨੂੰ ਹਸਪਤਾਲ ਲੈ ਜਾਓ। ਕਹਿੰਦਾ ਉਹਨੇ ਭਾਈ ਅਸੀਂ ਅੱਗੇ ਹੀ ਲੈ ਕੇ ਜਾਂਦੇ ਹਾਂ, ਪਏ ਕੋਈ ਮਸਲਾ ਨਹੀਂ, ਤੁਸੀਂ ਪਰੇਸ਼ਾਨ ਨਾ ਹੋਵੋ। ਕਹਿੰਦਾ ਜਿਸ ਵੇਲੇ ਫਿਰ ਉਹ ਹਸਪਤਾਲ ਲੈ ਕੇ ਗਏ ਨੇ ਉੱਥੇ ਜਾ ਕੇ ਕਹਿੰਦਾ ਜ਼ਾਹਿਰੀ ਗੱਲ ਹੈ ਸਾਰੇ ਪੈਸੇ ਸ਼ੈਸੇ ਦੇਣੇ ਹੁੰਦੇ ਨੇ ਸਭ ਕੁਝ। ਕਹਿੰਦਾ ਉਹ ਸਾਰਾ ਕੁਝ ਮੈਂ ਬਜ਼ਾਤੇ ਖੁਦ ਕੀਤਾ। ਕਹਿੰਦਾ ਉਸ ਤੋਂ ਬਾਅਦ ਕਰਨ ਤੋਂ ਬਾਅਦ ਕਹਿੰਦਾ ਹਸਪਤਾਲ ਹੀ ਸੀ ਤੇ ਮੈਂ ਭਾਈਏ ਨੂੰ ਕਾਲ ਕੀਤੀ ਕਿ ਤੁਸੀਂ ਕਿਸ ਟਾਈਮ ਜਾਣਾ ਹੈ। ਉਹ ਕਹਿੰਦਾ ਨਹੀਂ ਮੈਂ ਹੋ ਸਕਦਾ ਸਵੇਰ ਕਿਰੇ ਪਹੁੰਚਾਂ, ਮੈਂ ਆਪਣਾ ਕੰਮ ਮੁਕਾ ਕੇ ਫੇਰ ਹੀ ਜਾ। ਕਹਿੰਦਾ ਮੈਂ ਕਿਹਾ ਉਹ ਦੱਸਦੇ ਨੇ ਪਏ ਕਿ ਅੱਬੂ ਰਾਂ ਦੀ ਤਬੀਅਤ ਚੋਖੀ ਖਰਾਬ ਹੈ, ਤੁਸੀਂ ਟੁਰ ਜਾਓ। ਉਹ ਆਂਦਾ ਨਹੀਂ ਮੈਂ ਸਵੇਰ ਪਹੁੰਚ ਜਾਵਾਂ, ਕੋਈ ਨਹੀਂ ਅੱਲਾ ਖੈਰ ਕਰੇਗਾ। ਕਹਿੰਦਾ ਸਾਲੇ ਨਾਲ ਮੈਂ ਬਿਲਕੁਲ ਰਾਬਤੇ ਹੀ ਸਾਂ ਤੇ ਜ਼ਨਾਨੀ ਮੇਰੀ ਰੋ ਕੇ ਜ਼ਾਹਿਰੀ ਗੱਲ ਹੈ ਅੱਬੂ ਨਾਲ ਇਤਨਾ ਟਾਈਮ ਗੁਜ਼ਾਰ ਕੇ
ਆਏ ਸੀ। ਕਹਿੰਦੇ ਮੈਨੂੰ ਆਪਣੇ ਵਾਲਦ ਤੋਂ ਵੀ ਅੱਗੇ ਨੇ क्योंकि मैं उन्होंने को रह के आई हाँ। कहता इस वक्त वो बार बार रोंदी सी, मैं उन्होंने हौसला दिंदा कोई नहीं अल्लाह खैर करेगा, दुआ कर तू। कहता राती वो नफल पढ़ती रही, दुआ मंगती रही कि अबू री जेड़ा ठीक रहन। बहरहाल कहता सुबह सानू इतला मिली कि इस तरह अबू फोत हो गए ने। कहता जिसले पता लगा इन्नी देर नूं भाईया भी हस्पताल वो पहुँच आया सी। कहता पहुँचा तो मैनू मैसेज करके आंदा कि इस तरह अबू री ते फोत हो गए ने। कहता मैं अगू रोन ला पिया, ज़ाहिरी गल है। कहता जनानी मेरी रोई जे चुप ही ना करे। कहता मैं क्या कोई नहीं अल्लाह खैर करेगा, हुण जो होना सी हो गया, बस हुण तू हौसला कर। कहता जनानी नूं मैं हौसला दिता, मैं भाईए नूं आख्या कि असी पाकिस्तान आवन लिया, इस वास्ते जनाजे का टाइम ये ना दिओ। कहता अच्छा चलो सही है, तुसीं टिकटां करा लो, असी घर लैके जाने आ ते तुसीं जिहड़ा ना जल्दी तो जल्दी आवन दी कोशिश करो। कहता मैं फटाफट टिकटां वालियां कोल पुछया ते जनानी मेरी आंदी है मैं तो लाजमी जाना, जो मर्जी हो जे। कहता मैं उन्होंने नाल लिया, बच्चे दोए वड्डे सी। कहता मैनू कोई परेशानी नहीं सी है। कहता मैं जिस टिकटां कराइयां, कहता अगू जिसले मैं अपना पासपोर्ट पहला खोल के ही नहीं चैक किया। कहता जिसले एयरपोर्ट ते गया तो पासपोर्ट खोल के चैक किया तो फिर पता लगा कि इस तरह मेरा तो पासपोर्ट ही खत्म होए है। कहता उन्हें आख्या तू तो ट्रैवल ही नहीं कर सकता। कहता मैं भाईए नूं इस तरह मैसेज किया कि मेरा पासपोर्ट ही खत्म होया, मैनू पता ही कोई नहीं सी, इस वक्त मेरी घर दी आवन ली है तो तुसीं इंतजार करियो, जनाजा ना करायो। कहता भाईया कहता कि तू नहीं आ रहा तो इन्हें क्या करना, ताकि इहदा किहड़ा सक्का पिओ। कहता भाईया मैं इस वास्ते पिया ना, ये इतना अरसा उत्थे अबू को रह के आई है तो वह कहती है मैं लाजमी जड़ा अबू का मूँह देखना है। कहता भाईए ने अगों फोन बंद कर दिता। कहता मैं अपने साले नूं कॉल करता रहा, वह भी शोर शराबे सी उत्थे, ज़ाहिरी गल है फौतकी हुई सी। कहता जिसले फिर जनानी मेरी हथों उड़ गई है, पिछू साले मेरे ने मैनूं मैसेज किया कि भाईए तुहाडे ने जिहड़ा ना जनाजे का टाइम रखता ऐलान करा दिता है। कहता जिसले यह गल की तो मैं कॉलां कर करके भाईए ने मेरी कॉल को ना चुकी। कहता बहरहाल ना जिसले जनानी मेरी पहुंची है 3-4 घंटे पहला उन्हें जनाजा करा दिता सी। कहता बेचारी दौड़ती कबर ते गई, जाके रो रो के कि मेरे अबू इस दुनिया तो टुर गए ने। तो कहता मैनू जिस दस्सियो ने कि इस तरह जनानी मेरी रोंदी है पी तो वह तो मूँह भी नहीं तक सकी। कहता मैनू बड़ा दुख लगा, मैं भाईए नूं कॉल की, मैं कहा यार तू क्या कीता, तैनूं इस तरह तो नहीं सी करना। जो उन्हें आख्या तू छड्ड इन्हां गल्लां नूं, तू एडा सच्चा ना बन, जे तैनूं इन्ना ही प्यार सी ना तो जनानी नूं पाकिस्तान रखदा। कहता जितनी देर जनानी मेरी पाकिस्तान रही है खिदमत करती रही है, अबू दी पूरा ध्यान रखिया। कहता जूं ही आई है, ज़ाहिरी गल है कहता दूसरा तो नहीं ना इस तरह ख्याल रख सकता। बहरहाल कहता वो जनानी मेरी आखे कि इस तरह मेरे नाल ते कोई गले भी नहीं मिलिया, ना ही मेरे नाल किसी अफसोस किया। मैं क्या चल कोई नहीं मसला, तू परेशान। कहता 20 साल लगातार भाईए नूं जिहड़ा मैं कदे उफ नहीं करन दित्ती। कहता जेड़े पैसे मंगे ने उहदे घरदिआं वास्ते सारियां चीज़ां लैके जांदे। कहता अगू साडा मकान आया जिहड़ा वालद दा सी, कहता असीं 2 ही भरा सां, वो ये सोचा कि चलो जेड़े पैसे बनते हैं 2 ही भरा जिहड़ा अद्धे अद्धे कर लैने आ। कहता वड्डा भाई आंदा इहदे ते तेरा कोई हक नहीं इस मकान ते, क्योंकि ये मकान जिहड़ा है हुण मेरा, मैं पाकिस्तान च, तू यूरोप है, तेरे बीवी बच्चे भी यूरोप टूर चले ने, तू क्या करना है मकान, इस वास्ते मैं तेनों नहीं देना। कहता मैं क्या ये किस तरह हो सकता, हक तो मेरा भी है इतना ही, नाले मैं को रखिया, मैं खर्चा टोरदा सा, सारा कुछ तो मेरा सिस्टम चलदा सी, इस वास्ते तुसी भाईया जी इंज ना करो। उन्हें आख्या भाई तू जो मर्जी आख, लेकिन हुण मैं मकान तेनों को नहीं देना। कहता मैं क्या नहीं हो सकता कि मैं तो तुहाडे कोल मकान लाजमी लवांगा। कहता अगू जनानी मेरी ने आख्या चलो जिहड़ा मेरा समान है वो तो मैं अपना चुक के जिहड़ा अपने घर रख आवां उत्थे। कहता जिसे समान छा लगी सी तो इतनी देर नूं भाईया आ गया, आके कहता के करन लगी हो। कहता दस्सिया कि इस तरह अपना समान ने आख्या समान इत्थों कोई भी ना खड़ी, तेरा कोई समान नहीं इत्थे पिया, जो कुछ है वो इत्थे ही रहन दे, हुण आपे तेरा जना आवेगा तो फिर अगली गल होवे। कहता मैं आख्या ये किहड़ी गल होई, हुण उन्हें उहदा समान है वो अपने घरों लैके आई सी तो तुसी उहदा समान ही नहीं देंदे पे। कहता नहीं नहीं उहदा समान शान है, ये फिलहाल ना छेड़ो, आपे जिसे तू आवेगा तफसील ना गल करदा भाईया इन्नी देर ते फिर पता नहीं समान रहिंदा या नहीं रहिंदा। आंदा सानू तू चोर समझने, असी तुहाडा समान खा जाएंगे। कहता उन्हें इंज ओवर एक्टिंग की। जनानी मेरी रोंदी जिहड़ी है वो अपनी माँ के घर आ गई। जिसले उत्थे आई कहता मैं क्या चल चुप कर छड़ परा, अल्लाह खैर करे। कहता समान सारा उत्थे पिया सी। बहरहाल कहता जनानी जिसले आते वापस आई है, कहता वापस आवन तो बाद जिहड़ा कहता सानू पता लगा कि भाईए ने सारा समान पिछू वेच वूच दिते है, अगे पिछे कर दिते है, और जिहड़ी भाभी है उहदे रिश्तेदारां नूं दे दिते है। कहता मैनूं पता, मैं क्या चलो छड्डो परा, फायदा तो कोई नहीं होया, सारी जिंदगी खिदमत करन दा। कहता इन्हें बेवफाई करनी सी। इस तरह भी हुंदा बंदियां नाल। बाकी कोशिश करिया करो अगर मेरी वीडियो अच्छी लगे तो लाइक कमेंट ते सबसक्राइब कर दिया करो। बाकी अपनी सेहत का ख्याल रखिया करो, सेहत है तो सब कुछ है।